ਪੰਥ ਪੰਥ ਕਰਨ ਵਾਲਾ ਪਰਿਵਾਰ ਅੱਜ ਬੀਜੇਪੀ ਦੇ ਨਾਲ ਹੱਥ ਮਿਲਾ ਲਿਆ, ਜਿਹਦੇ ਪਿੱਛੇ ਆਰਐਸਐਸ। ਸਾਡੀ ਹੁਣ ਇੱਕ ਸੋਚ ਹੈ, ਅਸੀਂ ਇੱਕ ਉਸ ਬੰਦੇ ਨਾਲ ਜੁੜ ਰਹੇ ਹਾਂ ਜਿਹੜਾ ਸਾਡੇ ਲਈ ਕੋਈ ਕੰਮ ਕਰ ਰਿਹਾ। ਮੈਨੂੰ ਲੱਗਦਾ ਹੁਣ ਬੀਜੇਪੀ ਆਰਐਸਐਸ ਪੰਥ ਨੂੰ ਇਨਸਾਫ। ਤੁਹਾਡੇ ਪਰਿਵਾਰ ਦਾ ਫੈਸਲਾ ਜਾਂ ਤੁਹਾਡਾ ਫੈਸਲਾ? ਜੁਆਇਨਿੰਗ ਜਿਹੜੀ ਮੈਂ ਕਰੀ ਹੈ ਜੀ, ਉਹ ਮੇਰਾ ਆਪਦਾ ਇੰਡੀਵਿਜੂਅਲ ਫੈਸਲਾ ਹੈ। ਉਹ ਤੁਹਾਨੂੰ ਸਪੋਰਟ ਕਰਦੇ ਨੇ ਤੁਹਾਡੇ ਇਸ ਫੈਸਲੇ ਨੂੰ? ਬਿਲਕੁਲ ਕਰਦੇ ਹਾਂ। ਪੰਥ ਰਤਨ ਗੁਰਚਰਨ ਸਿੰਘ ਟੌੜਾ ਦੀ ਧੀ ਕੁਲਦੀਪ ਕੌਰ ਟੌੜਾ ਹੁਣ ਬੀਜੇਪੀ ਨੂੰ ਸਪੋਰਟ ਕਰਦੇ। ਇਹ ਉਹੀ ਬੀਜੇਪੀ ਹੈ ਜਿਨ੍ਹਾਂ ਦੀਆਂ ਵਜ਼ੀਰੀਆਂ ਮਾਰਦੇ ਰਹੇ ਨੇ। ਅੱਜ ਉਹੀ ਬੀਜੇਪੀ ਇਹਨਾਂ ਨੂੰ ਪਸੰਦ ਨਹੀਂ ਹੈਗੀ ਜੀ, ਕਿਉਂਕਿ ਉੱਥੇ ਸਾਡੇ ਵਰਗਿਆਂ ਦੀਆਂ ਕੁਰਸੀਆਂ ਲੱਗ ਰਹੀਆਂ ਜੀ ਨਾਲ। ਕੀ ਲੱਗਦਾ ਸਾਰੀ ਫਿਰ ਲੜਾਈ ਕੁਰਸੀ ਦੀ ਆ? ਪੰਥ ਤਾਂ ਬਹੁਤ ਪਿੱਛੇ ਰਹਿ ਗਈ। ਬੀਜੇਪੀ 700 ਤੋਂ ਜ਼ਿਆਦਾ ਕਿਸਾਨਾਂ ਦੀ ਕਾਤਲ ਆ, ਤੇ ਫਿਰ ਤੁਸੀਂ ਕਿਵੇਂ ਸੋਚ ਲਿਆ ਕਿ ਤੁਸੀਂ ਬੀਜੇਪੀ ਨੂੰ ਸਪੋਰਟ ਕਰੋ? ਜੇ ਉਹਨਾਂ ਨੇ ਲਾਗੂ ਕੀਤੇ ਸੀ ਉਹ ਕਾਨੂੰਨ, ਉਹਨਾਂ ਦੀ ਬੈਟਰਮੈਂਟ ਲਈ ਕੀਤੇ ਸੀ। ਤੁਸੀਂ ਅੱਜ ਕਹਿ ਰਹੇ ਹੋ ਕਿ ਬੀਜੇਪੀ ਕਿਸਾਨਾਂ ਦੀ ਬੈਟਰਮੈਂਟ ਦੇ ਲਈ ਕਾਨੂੰਨ ਲੈ ਕੇ ਆਈ ਸੀ, ਪਰ ਜਦੋਂ ਤੁਸੀਂ ਦਿੱਲੀ ਸੀਗੇ ਧਰਨੇ ਤੇ, ਉਦੋਂ ਤੁਹਾਡੇ ਹੱਥ ਦੇ ਵਿੱਚ ਹੀ ਬੈਨਰ ਫੜਿਆ ਹੋਇਆ ਸੀਗਾ ਕਾਲੇ ਕਾਨੂੰਨ ਵਾਪਸ ਲਓ। ਉਦੋਂ ਕਾਨੂੰਨ ਕਾਲੇ ਸੀ? ਕਾਨੂੰਨ ਕਾਲੇ ਸੀ। ਕਾਂਗਰਸ 84 ਦੀ ਕਾਤਲਾਂ ਦੀ ਜ਼ਿੰਮੇਵਾਰ ਹੈ, ਉਹਨਾਂ ਦੀ ਸਰਕਾਰ ਕਿਉਂ ਬਣਦੀ ਹੈ? ਕੈਪਟਨ ਵੀ ਉਸੇ ਕਾਂਗਰਸ ਦੇ ਵਿੱਚ ਸੀਗੇ ਤੁਸੀਂ, ਜਿਨ੍ਹਾਂ ਨੂੰ ਸਿੱਖਾਂ ਦੀ ਕਾਤਲ ਕਿਹਾ, ਤੇ ਹੁਣ ਉਸੇ ਕੈਪਟਨ ਦੇ ਨਾਲ ਤੁਹਾਡੀ ਪਾਰਟੀ ਨੇ ਹੱਥ ਮਿਲਾਇਆ। ਉਹ ਇੰਨੇ ਐਜੂਕੇਟਿਡ ਨੇ। ਮੈਂ ਕਦੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਮੂੰਹ 'ਚੋਂ ਹਲਕੀ ਛੋਟੀ ਪੋਲੀਟਿਕਸ ਵਾਲੀ ਗੱਲ ਨਹੀਂ ਸੁਣੀ ਜਿਵੇਂ ਬਾਕੀ ਦੇ ਲੋਕ ਬੋਲਦੇ ਨੇ। ਕੋਈ ਪੋਲੀਟਿਕਸ ਦਾ ਲੈਵਲ ਰਹਿ ਗਿਆ ਜੀ? ਆਪ ਭਗਵੰਤ ਮਾਨ ਕਿਵੇਂ ਬੋਲਦੇ ਨੇ ਸਟੇਜਾਂ 'ਤੇ, ਨਵਜੋਤ ਸਿੰਘ ਸਿੱਧੂ ਕਿਵੇਂ ਬੋਲਦੇ ਨੇ। ਇਹਨਾਂ ਨੇ ਐਂਟਰਟੇਨਮੈਂਟ ਦਾ ਸਾਧਨ ਬਣਾਤਾ ਲੋਕਾਂ ਲਈ। ਠੋਕੋ ਤਾਲੀ ਭਗਵੰਤ ਮਾਨ, ਮਤਲਬ ਇਹ ਪੋਲੀਟਿਕਸ ਕੀ ਹੈ? ਇਹਨਾਂ ਨੇ ਤਾਂ ਡਰਾਮਾ ਬਣਾਤਾ ਪੋਲੀਟਿਕਸ ਨਾਲ। ਆਰਐਸਐਸ ਸਿੱਖ ਸੰਸਥਾਵਾਂ 'ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੀ। ਮੈਂ ਬੀਜੇਪੀ ਵਾਲੇ ਨਾਲ ਬੈਠਿਆ ਤਾਂ ਸਗੋਂ ਉਹਨਾਂ ਨੇ ਮੈਨੂੰ ਉਲਟਾ ਸਵਾਲ ਕਰੇ ਨੇ ਕਿ ਤੁਸੀਂ ਐਡੇ ਪੰਥਕ ਪਰਿਵਾਰ ਨੂੰ ਬਿਲੋਂਗ ਕਰਦੇ ਹੋ, ਤੁਸੀਂ ਫਿਊਚਰ 'ਚ ਸਿੱਖੀ ਲਈ ਕੀ ਕੰਮ ਕਰੋਗੇ? ਇਹ ਅੱਜ ਤੱਕ ਸਵਾਲ ਕਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਨਹੀਂ ਜੀ ਇਹ ਕਦੇ ਸਵਾਲ ਪੁੱਛੇ। ਤੁਹਾਡੇ ਕਹਿਣ ਦਾ ਮਤਲਬ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖੀ ਦਾ ਫਿਕਰ ਨਹੀਂ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਨੂੰ ਜਿਵੇਂ ਇੱਕ ਅਨਾਥ ਬੱਚੇ ਵਾਂਗ ਉਹਨਾਂ ਨੇ ਛੱਡਤਾ ਜੀ। ਉਹ ਬਿਲਕੁਲ ਪੰਥ ਦੀ ਗੱਲ ਨਹੀਂ ਕਰਦੇ। ਜਿੰਨੀ ਦੇਰ ਟੌੜਾ ਸਾਹਿਬ ਰਹੇ ਜੀ 2004 ਤੱਕ, ਉਦੋਂ ਤੱਕ ਸਿੱਖੀ ਦੇ ਉੱਤੇ ਕੋਈ ਹਮਲਾ ਨਹੀਂ ਹੋਇਆ ਜੀ, ਕਦੇ ਕਿਸੇ ਦੀ ਜ਼ਰੂਰਤ ਨਹੀਂ ਪਈ ਜੀ, ਕੋਈ ਡੇਰਾਵਾਦ ਨਹੀਂ ਵਧਿਆ। ਤੁਹਾਨੂੰ ਅੱਜ ਕਿਉਂ ਪਤਾ ਲੱਗਿਆ ਜਦੋਂ ਬੀਜੇਪੀ ਪੰਜਾਬ ਦੇ ਵਿੱਚ ਆ ਗਈ? ਉਹ ਤੁਹਾਨੂੰ ਟੌੜਾ ਸਾਹਿਬ ਦੀ ਡੈਥ ਤੋਂ ਬਾਅਦ ਕਿਉਂ ਨਹੀਂ, ਇਮੀਡੀਏਟਲੀ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ? ਤੁਹਾਨੂੰ ਪਤਾ ਲੱਗਣ ਦੇ ਵਿੱਚ ਇੰਨੇ ਸਾਲ ਲੱਗ ਗਏ। ਤੁਹਾਡੀ ਕਦੇ ਸੁਖਬੀਰ ਬਾਦਲ ਨਾਲ ਕਦੇ ਗੱਲਬਾਤ ਹੋਈ ਕਿ ਅੰਡਰਸਟੈਂਡਿੰਗ ਦੁਬਾਰਾ ਬਣੀ? ਉਹਨਾਂ ਦੀ ਕੋਈ ਸੋਚ ਹੀ ਨਹੀਂ ਹੈਗੀ ਜੀ ਪੰਥ ਦੇ ਪ੍ਰਤੀ। ਉਹ ਤਾਂ ਇੱਕ ਪੈਸੇ ਤੋਂ ਸਿਵਾਏ ਉਹਨਾਂ ਨੂੰ ਕੁਝ ਵੀ ਨਹੀਂ ਦਿਖਦਾ ਜੀ। ਉੱਥੇ ਕੋਈ ਰਾਹ ਹੀ ਨਹੀਂ ਦਿੰਦਾ ਜੀ, ਸਿਵਾਏ ਬਾਦਲਾਂ ਤੋਂ ਉੱਥੇ ਕੁਝ ਚੱਲਦਾ ਹੀ ਨਹੀਂ ਜੀ। ਪ੍ਰਧਾਨ ਵੀ ਉਹਨਾਂ ਨੇ ਆਪਣੇ ਹਿਸਾਬ ਨਾਲ ਲਾਉਣਾ, ਜਿਹੜਾ ਉਹਨਾਂ ਦੇ ਹਿਸਾਬ ਨਾਲ ਚੱਲੂਗਾ। ਉੱਥੇ ਕੋਈ ਪੰਥ ਦੀ ਗੱਲ ਹੀ ਨਹੀਂ ਹੁੰਦੀ। ਸਭ ਤੋਂ ਵੱਡਾ ਦੁੱਖ ਹੀ ਇਹੀ ਹੈ ਜੀ। ਪੰਜਾਬ ਅਤੇ ਸਿੱਖ ਸਿਆਸਤ ਦਾ ਵੱਡਾ ਨਾਂ ਜਥੇਦਾਰ ਗੁਰਚਰਨ ਸਿੰਘ ਟੌੜਾ, ਜਿਨ੍ਹਾਂ ਨੇ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਦੀ ਸੇਵਾ ਲਈ ਲਾਈ। ਅੱਜ ਜਦੋਂ ਉਹਨਾਂ ਦਾ ਪਰਿਵਾਰ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਂਦਾ, ਉਹਨਾਂ ਦੇ ਦੋਤੇ ਕੁੰਵਰਵੀਰ ਸਿੰਘ ਟੌੜਾ, ਤਾਂ ਸਵਾਲ ਬੜੇ ਉੱਠਦੇ ਨੇ। ਕੁੰਵਰਵੀਰ ਸਿੰਘ ਟੌੜਾ ਤੇ ਉਹਨਾਂ ਦੀ ਪਤਨੀਆਂ ਸਾਡੇ ਨਾਲ ਨਹੀਂ, ਗੱਲਬਾਤ ਕਰਾਂਗੇ ਕਿ ਆਖਰ ਅਜਿਹਾ ਕੀ ਹੋਇਆ, ਕੀ ਮਜਬੂਰੀ ਸੀ ਕਿ ਉਹਨਾਂ ਨੂੰ ਬੀਜੇਪੀ ਜੁਆਇਨ ਕਰਨੀ ਪਈ, ਤੇ ਉਹਨਾਂ ਤੇ ਟੌੜਾ ਪਰਿਵਾਰ ਤੇ ਸਵਾਲ ਚੁੱਕੇ ਜਾ ਰਹੇ ਨੇ। ਬਾਈ ਜੀ ਸਵਾਗਤ ਹੈ ਤੁਹਾਡਾ। ਖਾਂਦੇ ਪਹਿਲਾਂ ਤਾਂ ਗਗਨ ਜੀ ਆਇਆਂ ਨੂੰ, ਤੁਸੀਂ ਸਾਡੇ ਜੱਦੀ ਘਰ ਪਿੰਡ ਟੌੜਾ ਆਏ ਹੋ। ਅਤੇ ਜਿੱਦਣ ਦੀ ਵੀ ਮੈਂ ਬਾਈ ਜੀ ਬੀਜੇਪੀ ਜੁਆਇਨ ਕੀਤੀ, ਆਹੀ ਇੱਕ ਸਵਾਲ ਹੈ ਕਿ ਜਿਹੜਾ ਬਹੁਤ ਸਾਰੇ ਮੈਨੂੰ ਪੁੱਛਦੇ ਨੇ ਕਿ ਪੰਥਕ ਪਰਿਵਾਰ 'ਚੋਂ ਤੁਸੀਂ ਬੀਜੇਪੀ ਕਿਵੇਂ ਜੁਆਇਨ ਕਰੀ? ਤੁਹਾਡੇ ਤੇ ਨਿਸ਼ਾਨਾ ਸਿੱਧਾ ਹੀ ਲਾਇਆ ਜਾ ਰਿਹਾ ਕਿ ਪੰਥ ਕਰਨ ਵਾਲਾ ਪਰਿਵਾਰ ਅੱਜ ਬੀਜੇਪੀ ਦੇ ਨਾਲ ਹੱਥ ਮਿਲਾ ਲਿਆ, ਜਿਹਦੇ ਪਿੱਛੇ ਆਰਐਸਐਸ। ਬਾਈ ਜੀ ਇਹ ਸਵਾਲ ਤਾਂ ਤੁਹਾਡਾ ਬਿਲਕੁਲ ਠੀਕ ਹੈ, ਪਰ ਆਪਾਂ ਇਹਦੇ 'ਚ ਥੋੜ੍ਹੀ ਜਿਹੀ ਕਲੈਰੀਫਿਕੇਸ਼ਨ ਲਿਆਉਂਦੇ ਹਾਂ ਜੀ। ਕਲੈਰੀਫਿਕੇਸ਼ਨ ਦੀ ਗੱਲ ਇੱਥੇ ਆ ਜਾਂਦੀ ਹੈ ਕਿ ਮੈਂ ਜਦੋਂ ਦਾ ਇਹ ਪੋਲੀਟਿਕਸ ਨੂੰ ਦੇਖ ਰਿਹਾ ਜੀ, ਅਤੇ 2014 ਦੇ ਵਿੱਚ ਮੋਦੀ ਜੀ ਦੀ ਗਵਰਨਮੈਂਟ ਆਉਂਦੀ ਹੈ ਜੀ, ਅਤੇ ਉਹਨਾਂ ਦੀ ਗਵਰਨਮੈਂਟ ਆਉਣ ਤੋਂ ਬਾਅਦ
ਜਿਹੜੀ ਸਭ ਤੋਂ ਪਹਿਲੀ ਚੀਜ਼ ਮੈਂ ਸੋਚਦਾ ਕਿ ਸਿੱਖਾਂ ਦੇ ਪ੍ਰਤੀ ਉਹਨਾਂ ਨੇ ਫੈਸਲਾ ਲਿਆ, ਘੱਟੋ ਘੱਟ ਬਾਈ ਜੀ ਸਾਨੂੰ 30 ਸਾਲ ਤੋਂ ਉੱਤੇ ਹੋ ਗਏ ਅਸੀਂ 84 ਦਾ ਇਨਸਾਫ ਮੰਗਦੇ ਆ। ਕਾਂਗਰਸ ਗਵਰਨਮੈਂਟ ਬਣਦੀ ਰਹੀ, ਅਸੀਂ ਇਨਸਾਫ ਮੰਗਦੇ ਥੱਕ ਗਏ, ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਪਰ ਜਦੋਂ ਦੀ ਮੋਦੀ ਜੀ ਦੀ ਗਵਰਨਮੈਂਟ ਆਉਂਦੀ ਹੈ 2014 ਦੇ ਵਿੱਚ ਜੀ, ਤਾਂ 2016 ਦੇ ਵਿੱਚ ਆ ਕੇ ਇੱਕ ਸਿੱਟ ਬਿਠਾਉਂਦੇ ਨੇ ਜੀ ਉਹ, ਤੇ 2018 ਦੇ ਵਿੱਚ ਉਹਦਾ ਰਿਜ਼ਲਟ ਆਉਂਦਾ ਤੇ ਸੱਜਣ ਕੁਮਾਰ ਜੀ ਅੰਦਰ ਜਾਂਦੇ। ਸਭ ਤੋਂ ਪਹਿਲੀ ਚੀਜ਼ ਜਿਹੜੀ ਉਹਨਾਂ ਨੇ ਸਿੱਖਾਂ ਲਈ ਮੈਂ ਮੰਨਦਾ ਕਿਸੇ ਸਰਕਾਰ ਨੇ ਸਾਨੂੰ ਨਹੀਂ ਦਿੱਤੀ, ਸਾਨੂੰ 84 ਦਾ ਉਹਨਾਂ ਨੇ ਇਨਸਾਫ ਦਿੱਤਾ ਜੀ। ਉਹ ਤੋਂ ਬਾਅਦ ਜੀ ਫਿਰ ਜਿਵੇਂ ਜਿਵੇਂ ਮੂਵਮੈਂਟ ਹੁੰਦੀ ਰਹੀ, ਦੇਖੋ ਕਰਤਾਰਪੁਰ ਸਾਹਿਬ ਦਾ ਲਾਂਘਾ ਸਾਡੇ ਲਈ ਬਹੁਤ, ਸਿੱਖਾਂ ਲਈ ਇੱਕ ਬਹੁਤ ਵੱਡੀ ਦੇਣ ਹੈ ਜੀ ਸਰਕਾਰ ਦੀ। ਫਿਰ ਕਾਲੀ ਜਿਹੜੀ ਸੂਚੀ ਹੈ ਜੀ ਆਪਣੀ, ਉਹ ਇਹਨਾਂ ਨੇ ਦਿੱਤੀ ਜੀ, ਕਲੀਅਰ ਕੀਤੀ, ਉਹ ਸਾਡੇ ਲਈ ਬਹੁਤ ਵੱਡੀ ਦੇਣ ਹੈ ਜੀ। ਤੇ ਉਹ ਤੋਂ ਬਾਅਦ ਰੀਸੈਂਟਲੀ ਜਿਹੜਾ ਇਹਨਾਂ ਨੇ ਸਾਡੇ 4 ਸਾਹਿਬਜ਼ਾਦਿਆਂ ਦਾ ਜੀ ਸ਼ਹਾਦਤ ਦਾ ਦਿਨ ਹੈ, ਜਿਹੜਾ ਉਹਨੂੰ ਪੂਰੇ ਵਰਲਡ ਦੇ ਵਿੱਚ ਰੈਕੋਗਨਾਈਜੇਸ਼ਨ ਦਿੱਤੀ ਹੈ ਜੀ। ਤੇ ਇਹ ਤੋਂ ਵੱਡੀ ਸਿੱਖਾਂ ਲਈ ਕੀ ਦੇਣ ਹੋ ਸਕਦੀ ਹੈ ਜੀ ਕਿਸੇ ਸੈਂਟਰ ਸਰਕਾਰ ਦੀ ਜੀ। ਤੇ ਇਹ ਠੀਕ ਹੈ ਜਿਹੜੇ ਲੱਗ ਰਹੇ ਨੇ, ਪਰ ਮੈਂ ਤਾਂ ਇਹ ਕਹਿਣਾ ਕਿ ਜੇ ਮੈਂ ਇੱਕ ਪੰਥਕ ਪਰਿਵਾਰ ਨੂੰ ਬਿਲੋਂਗ ਕਰਦਾ ਤੇ ਸਾਡੀ ਹੁਣ ਇੱਕ ਸੋਚ ਹੈ, ਅਸੀਂ ਇੱਕ ਉਸ ਬੰਦੇ ਨਾਲ ਜੁੜ ਰਹੇ ਆ ਜਿਹੜਾ ਸਾਡੇ ਲਈ ਕੋਈ ਕੰਮ ਕਰ ਰਿਹਾ। ਸਾਨੂੰ ਕਾਂਗਰਸ ਨੇ ਕੀ ਦਿੱਤਾ ਜੀ? ਇੱਥੇ ਅਕਾਲੀ ਦਲ ਦੀ ਸਰਕਾਰ ਬਣਦੀ ਹੈ, ਉਹ ਪ੍ਰਕਾਸ਼ ਸਿੰਘ ਬਾਦਲ ਸੀਐਮ ਨੇ, ਡਿਪਟੀ ਸੀਐਮ ਸਰਦਾਰ ਸੁਖਬੀਰ ਸਿੰਘ ਬਾਦਲ ਹੈ, ਤੇ ਉਹਨਾਂ ਦੇ ਹੁੰਦੇ ਉਸ ਗਵਰਨਮੈਂਟ ਦੇ ਵਿੱਚ ਬਹਿਬਲ ਕਲਾਂ ਵਾਲਾ ਕਾਂਡ ਹੁੰਦਾ ਜੀ, ਤੇ ਉਹਦਾ ਪੂਰਾ 1 ਸਾਲ ਪਿਆ ਸੀ ਗਵਰਨਮੈਂਟ ਦਾ ਜੀ, ਉਹਨਾਂ ਨੇ ਸਾਨੂੰ ਇਨਸਾਫ ਨਹੀਂ ਦਿੱਤਾ। ਤੇ ਉਹ ਵੀ ਤੁਸੀਂ ਦੇਖ ਲਓ, ਸਾਡੀ ਜਦੋਂ ਡਬਲ ਇੰਜਨ ਵਾਲੀ ਸਰਕਾਰ ਬਣੂਗੀ ਅਸੀਂ ਉਹ ਵੀ ਇਨਸਾਫ ਦੇਵਾਂਗੇ ਸਿੱਖਾਂ ਨੂੰ। ਤੁਹਾਨੂੰ ਲੱਗਦਾ ਹੁਣ ਬੀਜੇਪੀ ਆਰਐਸਐਸ ਪੰਥ ਨੂੰ ਇਨਸਾਫ ਦੇਊਗੀ? ਬਿਲਕੁਲ ਦਊਗੀ ਜੀ, ਕਿਉਂ ਨਹੀਂ ਦਊਗੀ ਜੀ। ਕਿਉਂਕਿ ਸਿੱਖਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਗੱਲ ਹੀ ਇਹ ਹੁੰਦੀ ਹੈ ਨਾ, ਜਦੋਂ ਅਕਸਰ ਹੋਵੇ ਕਿ ਆਰਐਸਐਸ ਸਿੱਖ ਸੰਸਥਾਵਾਂ ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਨਹੀਂ ਬਾਈ ਜੀ, ਇਹ ਬਿਲਕੁਲ ਝੂਠ ਹੈ ਜੀ, ਉਹ ਬਿਲਕੁਲ ਕੋਈ ਕਾਬਜ਼ ਨਹੀਂ ਹੋਣਾ ਚਾਹੁੰਦੀ। ਜਦੋਂ ਮੈਂ ਬੀਜੇਪੀ ਵਾਲੇ ਨਾਲ ਬੈਠਿਆ ਤਾਂ ਸਗੋਂ ਉਹਨਾਂ ਨੇ ਮੈਨੂੰ ਉਲਟਾ ਸਵਾਲ ਕਰੇ ਨੇ ਕਿ ਤੁਸੀਂ ਐਡੇ ਪੰਥਕ ਪਰਿਵਾਰ ਨੂੰ ਬਿਲੋਂਗ ਕਰਦੇ ਹੋ, ਤੁਸੀਂ ਫਿਊਚਰ 'ਚ ਸਿੱਖੀ ਲਈ ਕੀ ਕੰਮ ਕਰੋਗੇ? ਇਹ ਅੱਜ ਤੱਕ ਸਵਾਲ ਕਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਨਹੀਂ ਜੀ ਕਦੇ ਸਵਾਲ ਪੁੱਛੇ ਕਿ ਤੁਸੀਂ ਆਪਾਂ ਸਾਰੇ ਅਕਾਲੀ ਦਲ ਵਾਲੇ ਸਿੱਖਾਂ ਲਈ ਕੀ ਕਰਾਂਗੇ। ਆਪਣੇ ਤੁਹਾਡੇ ਕਹਿਣ ਦਾ ਮਤਲਬ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖੀ ਦਾ ਫਿਕਰ ਨਹੀਂ ਹੈ? ਨਹੀਂ, ਉਹਨਾਂ ਦਾ ਤਾਂ ਕੋਈ ਸੋਚ ਹੀ ਨਹੀਂ ਹੈਗੀ ਜੀ। ਜਿੰਨੀ ਦੇਰ ਟੌੜਾ ਸਾਹਿਬ ਰਹੇ ਜੀ 2004 ਤੱਕ, ਉਦੋਂ ਤੱਕ ਸਿੱਖੀ ਦੇ ਉੱਤੇ ਕੋਈ ਹਮਲਾ ਨਹੀਂ ਹੋਇਆ ਜੀ, ਕਦੇ ਕਿਸੇ ਦੀ ਜ਼ਰੂਰਤ ਨਹੀਂ ਪਈ ਜੀ, ਕੋਈ ਡੇਰਾਵਾਦ ਨਹੀਂ ਵਧਿਆ। ਉਹਨਾਂ ਦੀ ਡੈਥ ਤੋਂ ਬਾਅਦ ਡੇਰਾਵਾਦ ਵਧਣੇ ਸ਼ੁਰੂ ਹੋ ਗਏ ਜੀ, ਠੀਕ ਹੈ ਜੀ। ਆ ਬੇਅਦਬੀਆਂ ਹੋਣੀਆਂ ਸ਼ੁਰੂ ਹੋ ਗਈਆਂ, ਉਹਨਾਂ ਦੇ ਹੁੰਦੇ ਤੱਕ ਕੋਈ ਇੱਕ ਬੇਅਦਬੀ ਨਹੀਂ ਹੋਈ ਜੀ ਕਦੇ ਪੰਜਾਬ ਦੇ ਵਿੱਚ, ਇੱਕ ਵੀ ਤੁਸੀਂ ਇਨਸੀਡੈਂਟ ਕੱਢ ਕੇ ਦਿਖਾ ਦਿਓ। ਤੇ ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਹੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੌਲੀ ਹੌਲੀ ਹਾਵੀ ਹੁੰਦੇ ਨੇ ਪੰਥ ਦੇ ਉੱਤੇ, ਇਹ ਸਾਰਾ ਕੁਝ ਹੋਣਾ ਸ਼ੁਰੂ ਹੋ ਜਾਂਦਾ। ਕੀ ਗੱਲ ਉਹ ਤੁਹਾਨੂੰ ਅੱਜ ਕਿਉਂ ਪਤਾ ਲੱਗਿਆ ਜਦੋਂ ਬੀਜੇਪੀ ਪੰਜਾਬ ਦੇ ਵਿੱਚ ਆ ਗਈ? ਉਹ ਤੁਹਾਨੂੰ ਟੌੜਾ ਸਾਹਿਬ ਦੀ ਡੈਥ ਤੋਂ ਬਾਅਦ ਕਿਉਂ ਨਹੀਂ, ਇਮੀਡੀਏਟਲੀ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ? ਤੁਹਾਨੂੰ ਪਤਾ ਲੱਗਣ ਦੇ ਵਿੱਚ ਇੰਨੇ ਸਾਲ ਲੱਗ ਗਏ? ਦੇਖੋ ਬਾਈ ਜੀ, ਜਦੋਂ ਆਪਾਂ ਇੱਕ ਪਰਿਵਾਰ 'ਚ ਰਹਿੰਦੇ ਆ ਜੀ, ਇੱਕ ਪਰਿਵਾਰ ਵਾਂਗ ਰਹਿੰਦੇ ਆ, ਸਾਡੇ ਉਹ ਵੱਡੇ ਨੇ, ਆਪਾਂ ਹੌਲੀ ਹੌਲੀ ਦੇਖਦੇ ਹਾਂ ਜੀ ਉਹ ਕਿੱਥੇ ਖੜ ਰਹੇ ਨੇ, ਕਿੱਥੇ ਨਹੀਂ ਖੜ ਰਹੇ। ਤੇ ਮੇਰੀ ਤਾਂ ਤੁਸੀਂ ਇਹ ਲਾ ਲਓ ਕਿ ਮੈਂ ਤਾਂ ਡੈਬਿਊ ਕੀਤਾ ਜੀ, ਮੇਰੀ ਏਜ ਹੀ 30-33 ਸਾਲ ਹੈ, ਕਿ ਮੈਂ ਪਹਿਲਾਂ ਇਹ ਤੋਂ ਪਹਿਲਾਂ ਕੀ ਕਰ ਸਕਦਾ ਸੀ। ਮੇਰਾ ਹੁਣ ਵਿਆਹ ਰੀਸੈਂਟਲੀ 9 ਦਸੰਬਰ ਨੂੰ ਹੋਇਆ ਤੇ ਅਸੀਂ ਹੁਣ ਵਿਆਹੇ ਆ ਜੀ, ਤੇ ਮੈਂ ਹੁਣ ਇੰਡੀਪੈਂਡੈਂਟਲੀ ਆਪਦਾ ਫੈਸਲਾ ਲੈ ਸਕਦਾ। ਪਹਿਲਾਂ ਮੈਂ ਘਰਦਿਆਂ ਕੋਲ ਰਹਿੰਦਾ ਸੀ, ਨਹੀਂ ਮੈਂ ਫੈਸਲਾ ਲੈ ਸਕਦਾ ਸੀ ਜੀ। ਹੁਣ ਮੈਂ ਇਹ ਫੈਸਲਾ ਲਿਆ, ਸਾਰਾ ਮੋਦੀ ਜੀ ਦੀ ਸੋਚ ਨੂੰ ਦੇਖ ਕੇ ਲਿਆ ਜੀ। ਤੁਹਾਡੇ ਪਰਿਵਾਰ ਦਾ ਫੈਸਲਾ ਜਾਂ ਤੁਹਾਡਾ ਫੈਸਲਾ? ਦੇਖੋ, ਜੁਆਇਨਿੰਗ ਜਿਹੜੀ ਮੈਂ ਕਰੀ ਹੈ ਜੀ, ਉਹ ਮੇਰਾ ਆਪਦਾ ਇੰਡੀਵਿਜੂਅਲ ਫੈਸਲਾ ਹੈ, ਪਰ ਮੇਰੇ ਮਾਂ-ਬਾਪ ਨੇ ਮੈਨੂੰ ਪੜ੍ਹਾਇਆ ਲਿਖਾਇਆ ਤਾਂ ਕਿ ਮੈਂ ਆਪਦੀ ਇੱਕ ਇੰਡੀਪੈਂਡੈਂਟ ਸੋਚ ਨਾਲ ਫੈਸਲੇ ਲੈ ਸਕਾਂ। ਉਹ ਤੁਹਾਨੂੰ ਸਪੋਰਟ ਕਰਦੇ ਨੇ ਤੁਹਾਡੇ ਇਸ ਫੈਸਲੇ ਨੂੰ? ਬਿਲਕੁਲ ਕਰਦੇ ਆ ਜੀ। ਉਹਨਾਂ ਨੇ ਸਾਡੀ ਦੇਖੋ ਸਾਡੀ ਹਰ ਸੋਚ ਨੂੰ ਉਹ ਅਪਣਾਉਂਦੇ ਆ, ਤੇ ਮੈਂ ਸੋਚਦਾ ਕਿ ਉਹ ਬਿਲਕੁਲ ਅਪਣਾਉਣਗੇ ਤੇ ਮੇਰੇ ਨਾਲ ਚੱਲਣਗੇ। ਮਤਲਬ ਪੰਥ ਰਤਨ ਗੁਰਚਰਨ ਸਿੰਘ ਟੌੜਾ ਦੀ ਧੀ ਕੁਲਦੀਪ ਕੌਰ ਟੌੜਾ ਹੁਣ ਬੀਜੇਪੀ ਨੂੰ ਸਪੋਰਟ ਕਰਨਗੇ? ਬਿਲਕੁਲ ਕਰਨਗੇ ਜੀ। ਤੇ ਮਹਿਰੀਨ, ਜਿਵੇਂ ਤੁਹਾਡੇ ਗੱਲ ਕਰਾਂ, ਧਰਨੇ 'ਚ ਅਕਸਰ ਮਿਲਦੇ ਰਹੇ ਆ, ਤੁਸੀਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਲਗਾਤਾਰ ਦਿੱਲੀ ਜਾਂਦੇ ਰਹੇ ਹੋ। ਹਾਂਜੀ। ਤੁਸੀਂ ਬੀਜੇਪੀ ਨੂੰ ਇਹ ਮੰਨਿਆ ਜਾ ਰਿਹਾ ਕਿ ਬੀਜੇਪੀ 700 ਤੋਂ ਜ਼ਿਆਦਾ ਕਿਸਾਨਾਂ ਦੀ ਕਾਤਲ ਆ, ਤੇ ਫਿਰ ਤੁਸੀਂ ਕਿਵੇਂ ਸੋਚ ਲਿਆ ਕਿ ਤੁਸੀਂ ਬੀਜੇਪੀ ਨੂੰ ਸਪੋਰਟ ਕਰੋ? ਪਹਿਲਾਂ ਤਾਂ ਜਿਹੜੇ 84 ਦੇ ਕਾਤਲ ਨੇ, ਉਹਨਾਂ ਦੀਆਂ ਸਰਕਾਰਾਂ ਕਿਉਂ ਬਣਦੀਆਂ ਰਹੀਆਂ? ਕਾਂਗਰਸ 84 ਦੀ ਕਾਤਲਾਂ ਦੀ ਜ਼ਿੰਮੇਵਾਰ ਹੈ, ਉਹਨਾਂ ਦੀ ਸਰਕਾਰ ਕਿਉਂ ਬਣਦੀ ਰਹੀ?
ਉਹਨਾਂ ਦੇ ਕਾਤਲਾਂ ਦਾ ਕਿਉਂ ਨਹੀਂ ਕਿਸੇ ਨੇ ਆਵਾਜ਼ ਉਠਾਈ ਕਿ ਉਹ 700 ਹੀ ਕਿਉਂ ਚੱਕ ਰਹੇ ਹਾਂ ਅਸੀਂ? ਦੂਜੀ ਗੱਲ, ਜੇ ਉਹਨਾਂ ਨੇ ਲਾਗੂ ਕੀਤੇ ਸੀ ਉਹ ਕਾਨੂੰਨ ਉਹਨਾਂ ਦੀ ਬੈਟਰਮੈਂਟ ਲਈ ਕੀਤੇ ਸੀ, ਜੇ ਉਹਨਾਂ ਨੂੰ ਨਹੀਂ ਸਮਝਾ ਸਕੇ, ਉਹਨਾਂ ਨੇ ਪ੍ਰੋਪਰ ਗੁਰੂ ਨਾਨਕ ਦੇਵ ਜੀ ਦੀ ਬਰਥ ਐਨੀਵਰਸਰੀ ਤੇ ਮਾਫੀ ਮੰਗੀ ਹੈ। ਮੈਨੂੰ ਲੱਗਦਾ ਹਿਸਟਰੀ 'ਚ ਪਹਿਲੇ PM ਹੋਣਗੇ ਜਿਨ੍ਹਾਂ ਨੇ ਲਾਗੂ ਵੀ ਕੀਤੀ। ਕਰਨ ਨੂੰ ਉਹ ਕੁਝ ਵੀ ਕਰ ਸਕਦੇ ਸੀ, ਉਹਨਾਂ ਨੂੰ ਉੱਥੋਂ ਉਠਵਾ ਵੀ ਸਕਦੇ ਸੀ, ਖਤਮ ਵੀ ਕਰ ਸਕਦੇ ਸੀ, ਵਾਪਸ ਨਾ ਵੀ ਲੈਂਦੇ, ਪਰ ਫਿਰ ਵੀ ਉਹਨਾਂ ਨੇ ਸਾਰਾ ਕੁਝ ਇੱਕ ਜਿਵੇਂ ਪ੍ਰੋਟੈਸਟ ਹੋਣਾ ਚਾਹੀਦਾ ਉਵੇਂ ਹੋਇਆ ਤੇ ਲੋਕਾਂ ਨੂੰ ਨਾ ਸਮਝਾ ਸਕਣ ਦੇ ਵਿੱਚ ਉਹਨਾਂ ਨੇ ਫਿਰ ਵਾਪਸ ਵੀ ਲੈ ਲਿਆ, ਮਾਫੀ ਵੀ ਮੰਗ ਲਈ। ਤੁਸੀਂ ਅੱਜ ਕਹਿ ਰਹੇ ਹੋ ਕਿ ਬੀਜੇਪੀ ਕਿਸਾਨਾਂ ਦੀ ਬੈਟਰਮੈਂਟ ਦੇ ਲਈ ਕਾਨੂੰਨ ਲੈ ਕੇ ਆਈ ਸੀ, ਪਰ ਜਦੋਂ ਤੁਸੀਂ ਦਿੱਲੀ ਸੀਗੇ ਧਰਨੇ ਤੇ ਉਦੋਂ ਤੁਹਾਡੇ ਹੱਥ ਦੇ ਵਿੱਚ ਹੀ ਬੈਨਰ ਫੜਿਆ ਹੋਇਆ ਸੀਗਾ ਕਾਲੇ ਕਾਨੂੰਨ ਵਾਪਸ ਲਓ। ਹਾਂਜੀ ਬਿਲਕੁਲ, ਕਾਨੂੰਨ ਕਾਲੇ ਸੀ, ਕਾਨੂੰਨ ਕਾਲੇ ਸੀ ਕਿਉਂਕਿ ਜਿਨ੍ਹਾਂ ਨੇ ਉਹ ਕੰਮ ਕਰਨਾ ਸੀ ਉਹਨਾਂ ਲਈ ਉਹ ਸਹੀ ਉਹਨਾਂ ਨੂੰ ਨਹੀਂ ਲੱਗੇ, ਉਹ ਉਹਨਾਂ ਨੂੰ ਸਮਝਾ ਨਹੀਂ ਸਕੇ। PM ਮੋਦੀ ਜੀ ਨੇ ਇਹੀ ਗੱਲ ਕਹੀ ਹੈ ਕਿ ਅਸੀਂ ਆਪਣੇ ਵੱਲੋਂ ਬੈਟਰਮੈਂਟ ਲਈ ਕੀਤੇ ਸੀ। ਜਦੋਂ ਜਿਨ੍ਹਾਂ ਨੇ ਉਹ ਅਪਲਾਈ ਕਰਨੇ ਨੇ, ਜਿਨ੍ਹਾਂ ਨੇ ਉਹਦੇ ਤੇ ਕੰਮ ਕਰਨਾ, ਜੇ ਉਹਨਾਂ ਨੂੰ ਨਹੀਂ ਸਹੀ ਲੱਗ ਰਿਹਾ ਤਾਂ ਉਹ ਕਾਲੇ ਨੇ, ਤਾਂ ਉਹਨਾਂ ਨੇ ਉਹੀ ਚੀਜ਼ ਦੀ ਮਾਫੀ ਮੰਗ ਕੇ ਉਹ ਵਾਪਸ ਲਏ ਨੇ ਕਿ ਮੈਂ ਤੁਹਾਨੂੰ ਸਮਝਾਉਣ 'ਚ ਅਸਮਰੱਥ ਰਿਹਾ, ਮੇਰੀ ਉਹ ਬੈਡ ਲੱਕ ਹੈ ਕਿ ਮੈਂ ਤੁਹਾਨੂੰ ਸਮਝਾ ਨਹੀਂ ਸਕਿਆ ਤੇ ਮੈਨੂੰ ਮਾਫ ਕਰੋ, ਮੈਂ ਵਾਪਸ ਲੈਣਾ। ਉਹ ਕਦੇ ਹੋਇਆ ਹੀ ਨਹੀਂ ਜੀ ਹਿਸਟਰੀ 'ਚ ਕਿਸੇ PM ਨੇ ਐਵੇਂ ਅਪਲਾਈ ਕਰਕੇ ਵਾਪਸ ਲੈ ਲਿਆ ਹੋਵੇ ਮਾਫੀ ਮੰਗ ਕੇ। ਔਰ ਸਿੱਖਾਂ ਦੀ ਬਰਥ ਐਨੀਵਰਸਰੀ ਤੇ ਗੁਰੂ ਨਾਨਕ ਦੇਵ ਜੀ ਦੀ ਬਰਥ ਐਨੀਵਰਸਰੀ, ਜਿਨ੍ਹਾਂ ਨੂੰ ਆਪਾਂ ਆਲ ਓਵਰ ਦਾ ਹਰ ਧਰਮ ਦਾ ਹੀ ਸਪਿਰਿਚੁਅਲ ਗੁਰੂ ਮੰਨਦੇ ਆ, ਨਾਟ ਕਿ ਸਿੱਖਾਂ ਦੇ ਗੁਰੂ ਨੇ, ਉਹਨਾਂ ਨੂੰ ਹਰ ਧਰਮ ਮੰਨਦਾ ਹੈ। ਤੁਹਾਨੂੰ ਇਹ ਕਿਉਂ ਲੱਗਿਆ ਕਿ ਤੁਹਾਨੂੰ ਕੁੰਵਰ ਦੀ ਸਪੋਰਟ ਕਰਨੀ ਚਾਹੀਦੀ ਹੈ? ਜੇ ਬੀਜੇਪੀ ਦਾ ਜੁਆਇਨ ਕਰਦੇ ਨੇ ਤਾਂ ਇਹਨਾਂ ਦਾ ਫੈਸਲਾ ਸਹੀ ਹੈ, ਤੁਹਾਨੂੰ ਬੀਜੇਪੀ ਦੇ ਵਿੱਚ ਐਸਾ ਕੀ ਸਹੀ ਲੱਗਦਾ? ਮੈਨੂੰ ਪਹਿਲੀ ਗੱਲ ਤਾਂ ਜੀ ਜਿਹੜਾ ਸਾਡੀ 9 ਦਸੰਬਰ ਨੂੰ ਮੈਰਿਜ ਹੋਈ ਹੈ ਤੇ ਬਿਲਕੁਲ ਮੈਂ ਆਪਣੇ ਹਸਬੈਂਡ ਦੀ ਸਪੋਰਟ ਤਾਂ ਕਰਨੀ ਹੀ ਕਰਨੀ ਹੈ ਤੇ ਜਿਹੜਾ ਕਿ ਮੇਰਾ ਧਰਮ ਹੈ। ਤੇ ਦੂਜੀ ਗੱਲ, ਜਿਵੇਂ ਹੁਣ ਤੁਹਾਨੂੰ ਕਮਰ ਆਪ ਵੀ ਦੱਸ ਕੇ ਹਟੇ ਨੇ, ਜਿਹੜੇ ਆਪਣੇ ਮੋਦੀ ਗਵਰਨਮੈਂਟ ਹੈਗੀ ਹੈ, ਸੈਂਟਰ ਗਵਰਨਮੈਂਟ, ਇਹਨਾਂ ਨੇ ਸਿੱਖਾਂ ਲਈ 84 ਦੇ ਦੇਖੋ ਦੰਗਿਆਂ ਦੇ ਜਿਹੜੇ ਉਹ ਕਾਤਲ ਸੀ ਉਹਨਾਂ ਨੂੰ ਸਜ਼ਾ ਦਿਵਾਈ, ਲੰਗਰ ਤੇ GST ਮਾਫ ਕਰਾਈ, ਕਰਤਾਰਪੁਰ ਦਾ ਲਾਂਘਾ ਇਹਨਾਂ ਨੇ ਖੁਲਵਾਇਆ ਤੇ ਜਿਹੜੀ 1.5 ਸਾਲ 2 ਸਾਲ ਕੋਵਿਡ ਰਿਹਾ, ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦਾ ਲੰਗਰ ਹਰ ਗਰੀਬ ਦੇ ਘਰੇ ਪਹੁੰਚਦਾ ਰਿਹਾ, ਕਣਕਾਂ ਦੇ ਢੇਰ ਲੱਗੇ ਪਏ ਨੇ ਤੇ ਜਿਹੜੀ 5 ਕਿੱਲਿਆਂ ਤੋਂ ਘੱਟ ਵਾਲੀ ਜ਼ਮੀਨ ਹੈ ਉਹਨਾਂ ਦੇ ਲੋਕਾਂ ਦੇ ਖਾਤਿਆਂ 'ਚ ਪਵਾਏ, ਸਿਲੰਡਰਾਂ ਦਾ ਉਹਨਾਂ ਨੇ ਉਹ ਕੀਤਾ ਤਾਂ ਉਹਨਾਂ ਦੀ ਦੁਬਾਰਾ ਸਰਕਾਰ ਬਣੀ। ਤੇ ਜੇ ਅਸੀਂ ਇਕੱਲੇ ਸਿੱਖਾਂ ਦਾ ਦੇਖੀਏ, ਉਹਨਾਂ ਦਾ ਵੀ ਉਹਨਾਂ ਨੇ ਬਹੁਤ ਕੁਝ ਕੀਤਾ ਤੇ ਅੱਗੇ ਕਰਨਾ। ਲਾਂਘਾ ਅੱਜ ਤੱਕ ਕੋਈ ਸੋਚ ਸਕਦਾ ਸੀ ਜੀ ਖੁੱਲ੍ਹ ਜਾਊਗਾ? ਅਸੀਂ ਅਰਦਾਸ 'ਚ ਕਰਦੇ ਹਾਂ ਕਿ ਸਾਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ ਦਿਦਾਰਿਆਂ ਦੇ ਦਰਵਾਜ਼ੇ ਖੁੱਲ੍ਹਣ ਤੇ ਅਸੀਂ ਜਾਈਏ ਉੱਥੇ, ਤੇ ਉਹ ਅੱਜ ਦੇਖੋ ਹੋ ਗਏ ਨੇ ਉਹ ਚੀਜ਼ਾਂ। ਤੁਹਾਨੂੰ ਇਹ ਕਿਉਂ ਨਹੀਂ ਲੱਗਿਆ ਜਿੰਨਾ ਕਿਸਾਨਾਂ ਦੀ ਸਪੋਰਟ ਤੁਸੀਂ ਉੱਥੇ ਕਰਦੇ ਸੀ ਦਿੱਲੀ ਦੇ ਬਾਰਡਰ ਤੇ, ਤੁਹਾਨੂੰ ਇਹ ਕਿਉਂ ਨਹੀਂ ਲੱਗਿਆ ਕਿ ਉਹਨਾਂ ਕਿਸਾਨਾਂ ਦੀ ਹੀ ਸਪੋਰਟ ਤੁਸੀਂ ਪੰਜਾਬ ਦੇ ਵਿੱਚ ਵੀ ਕਰੋ? ਮੈਂ ਸੌਰੀ ਤੁਹਾਡਾ ਸਵਾਲ ਨਹੀਂ ਸਮਝੀ। ਜਿੰਨਾ ਕਿਸਾਨਾਂ ਦੀ ਸਪੋਰਟ ਤੁਸੀਂ ਦਿੱਲੀ ਦੇ ਬਾਰਡਰਾਂ ਤੇ ਕਰਦੇ ਸੀ, ਹਾਂਜੀ, ਤਾਂ ਉਹਨਾਂ ਕਿਸਾਨਾਂ ਦੀ ਸਪੋਰਟ ਤੁਸੀਂ ਇਹ ਨਹੀਂ ਸੋਚਿਆ ਕਿ ਪੰਜਾਬ ਦੇ ਵਿੱਚ ਵੀ ਉਹਨਾਂ ਕਿਸਾਨਾਂ ਦੀ ਸਪੋਰਟ ਕੀਤੀ ਜਾ ਸਕਦੀ ਆ? ਉਹੀ ਕਿਸਾਨ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਲੜ ਰਹੇ ਨੇ। ਹਾਂਜੀ ਬਿਲਕੁਲ। ਮੈਂ ਤੁਹਾਨੂੰ ਦੱਸਾਂ ਜੀ, ਕੰਵਰ ਵੀਰ ਜਦੋਂ ਸਾਡੀ ਵਿਆਹ ਦੀ ਗੱਲ ਚੱਲਦੀ ਸੀ, ਮੈਂ ਇਹਨਾਂ ਨੂੰ ਕਿਹਾ ਕਿ ਮੈਂ ਆਪਣੇ ਫੈਮਿਲੀ ਨੂੰ, ਆਪਣੇ ਰਿਲੇਸ਼ਨਸ ਨੂੰ, ਆਪਣੇ ਫਰੈਂਡਸ ਨੂੰ ਕੀ ਦੱਸਾਂ ਤੁਸੀਂ ਕੀ ਕਰਦੇ ਹੋ, ਤਾਂ ਇਹਨਾਂ ਨੇ ਮੈਨੂੰ ਕਿਹਾ ਕਿ ਮੈਂ ਫਾਰਮਿੰਗ ਕਰਦਾ। ਜਦੋਂ ਸਾਡੀ ਵੀ ਗੱਲ ਹੋਣੀ ਸਟਾਰਟ ਹੋਈ ਹੈ ਤਾਂ ਕਹਿੰਦੇ ਤੂੰ ਹਰ ਨੂੰ ਕੋਈ, ਮੈਂ MBA ਵੀ ਕੀਤੀ ਹੈ, ਮੈਂ BTech ਵੀ ਕੀਤੀ ਹੈ, ਪਰ ਤੂੰ ਹਰ ਬੰਦੇ ਨੂੰ ਇਹ ਕਹਿਣਾ ਮੇਰਾ ਹਸਬੈਂਡ ਫਾਰਮਰ ਹੈ, ਮੇਰਾ ਫਿਆਂਸੇ ਫਾਰਮਰ ਹੈ। ਇਹਨਾਂ ਨੇ ਵੀ ਉਹੀ ਖੇਤੀ ਕੀਤੀ ਹੈ। ਹੀ ਇਜ਼ ਅ ਫਾਰਮਰ ਐਂਡ ਸਟਿਲ ਹੀ ਇਜ਼ ਅ ਫਾਰਮਰ। ਤੁਹਾਨੂੰ ਲੱਗਦਾ ਕਿਸਾਨ ਕੁੰਵਰਵੀਰ ਨੂੰ ਵੋਟਾਂ ਪਾਉਣਗੇ? ਬਿਲਕੁਲ ਪਾਉਣਗੇ ਜੀ। ਤਾਂ ਬਈ ਕੀ ਰਿਸਪੌਂਸ ਆ ਜਦੋਂ ਹੁਣ ਤੁਸੀਂ ਕਿਸਾਨਾਂ 'ਚ ਪਿੰਡਾਂ 'ਚ ਪ੍ਰਚਾਰ ਲਈ ਜਾਂਦੇ ਆ ਤੇ ਉਹੀ ਕਿਸਾਨ ਜਿਹੜੇ ਦਿੱਲੀ ਬੈਠੇ ਸੀ, ਜਿਹੜੇ ਭਾਜਪਾ ਦਾ ਵਿਰੋਧ ਕਰਦੇ ਸੀ, ਤੇ ਤੁਸੀਂ ਹੁਣ BJP ਦੇ ਉਮੀਦਵਾਰ ਬਣ ਕੇ ਜਾਓਗੇ, ਤੇ ਉਹ ਕਿਸਾਨ ਹੁਣ ਕੀ ਕਹਿਣਗੇ? ਬਾਈ ਜੀ ਅਸਲ 'ਚ ਜਿਹੜੇ ਅਮਲੋਹ ਹਲਕਾ, ਇਹ ਟੌੜਾ ਸਾਹਿਬ ਦਾ ਬਹੁਤ ਜੱਦੀ ਹਲਕਾ ਰਿਹਾ ਜੀ, ਤੇ ਪਿੰਡ 'ਚ ਕੋਈ ਐਸਾ ਘਰ ਨਹੀਂ ਹੈਗਾ, ਤੀਜਾ ਘਰ ਜਾਂ ਚੌਥਾ ਘਰ ਜਿਹ 'ਚ ਟੌੜਾ ਸਾਹਿਬ ਨੇ ਇੰਪਲੋਇਮੈਂਟ ਨਹੀਂ ਦਿੱਤੀ ਹੋਈ ਜੀ। ਉਹ ਤਾਂ ਸਗੋਂ ਬਹੁਤ ਖੁਸ਼ ਹੋ ਕੇ ਮਿਲਦੇ ਨੇ ਕਿ ਸਾਡਾ ਦੋਤਾ ਸਾਡੇ ਕੋਲ ਆ ਗਿਆ। ਮੈਨੂੰ ਤਾਂ ਹਰ ਘਰ 'ਚ ਜਾ ਕੇ ਇਹ ਫੀਲ ਹੁੰਦਾ ਕਿ ਮੈਂ ਆਪਦੇ ਨਾਨਕੇ ਆਇਆ, ਤੇ ਨਾਨਕੇ ਤੁਸੀਂ ਦੇਖ ਲਓ ਜੀ ਦੋਤਾ ਕਿੰਨਾ ਖੁਸ਼ ਰਹਿੰਦਾ। ਮੈਨੂੰ ਤਾਂ ਬਹੁਤ ਸਵਾਗਤ ਕਰਦੇ ਨੇ ਜੀ। ਪੰਜਾਬ ਦੇ ਵਿੱਚ ਸਾਰੇ ਜਵਾਕ, ਉਹਨਾਂ ਨੂੰ ਸਭ ਤੋਂ ਵੱਧ ਚਾਅ ਹੀ ਛੁੱਟੀਆਂ 'ਚ ਨਾਨਕੇ ਜਾਣਾ ਹੁੰਦਾ। ਬਿਲਕੁਲ ਜੀ ਬਿਲਕੁਲ। ਤੇ ਆਪਾਂ ਜਾਣਦੇ ਹਾਂ ਜੀ, ਸਾਰੇ ਬਹੁਤ ਹੱਸ ਖੇਡ ਕੇ ਮੇਰਾ ਸਵਾਗਤ ਕਰਦੇ ਨੇ ਜੀ, ਤੇ ਬਿਲਕੁਲ ਮੇਰੇ ਨਾਲ ਚੱਲਣਗੇ ਜੀ। ਇਹ ਜਿਹੜੇ ਹੱਸ ਖੇਡ ਕੇ ਤੁਹਾਨੂੰ ਪਿਆਰ ਕਰਦੇ ਨੇ, ਤੁਹਾਡਾ ਸਵਾਗਤ ਕਰਦੇ ਨੇ, ਇਹ ਵੋਟਾਂ 'ਚ ਤਬਦੀਲ ਹੋਊਗਾ? ਮੈਂ ਪੁੱਛ ਰਿਹਾ। ਬਿਲਕੁਲ ਹੋਊਗਾ ਜੀ, ਕਿਉਂ ਨਹੀਂ ਹੋਊਗਾ? ਬਿਲਕੁਲ 100% ਹੋਊਗਾ ਜੀ।
ਚਲੋ ਉਹ ਤਾਂ ਖੈਰ ਸਮਾਂ ਦੱਸੇਗਾ। ਪਰ ਜੋ ਤੁਸੀਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਨਾ ਤੇ ਬਹੁਤ ਸਮਾਂ ਪੰਥ ਦੀ ਸੇਵਾ ਕੀਤੀ ਟੌੜਾ ਸਾਹਿਬ ਨੇ। ਜਦੋਂ ਤੁਸੀਂ ਇੱਧਰੋਂ ਨਾਤਾ ਤੋੜ ਕੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਤੁਹਾਡਾ ਪਰਿਵਾਰ ਗਿਆ, ਉਸ ਤੋਂ ਬਾਅਦ ਬੀਜੇਪੀ ਦੇ ਨਾਲ ਜਦੋਂ ਆਏ, ਤਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਕਿਉਂ ਨਹੀਂ, ਬੀਜੇਪੀ ਹੀ ਕਿਉਂ? ਦੇਖੋ ਬਾਈ ਜੀ, ਇਸ ਪੰਥ ਦੀ ਸੇਵਾ ਦੇ ਨਾਲ ਨਾਲ ਮੇਰੇ ਨਾਨਾ ਜੀ ਨੇ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਜੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਹੱਥਾਂ ਨਾਲ ਬਣਾਇਆ ਜੀ। ਜਿੰਨੀ ਮਿਹਨਤ ਉਹਨਾਂ ਦੀ ਹੈ, ਅਜੇ ਬਾਦਲ ਸਾਹਿਬ ਦੀ ਵੀ ਉਨੀ ਮਿਹਨਤ ਨਹੀਂ ਹੈਗੀ। ਪਰ ਉਹਨਾਂ ਦੇ ਜਾਣ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਨੂੰ ਜਿਵੇਂ ਇੱਕ ਅਨਾਥ ਬੱਚੇ ਵਾਂਗ ਉਹਨਾਂ ਨੇ ਛੱਡਤਾ ਜੀ। ਉਹ ਬਿਲਕੁਲ ਪੰਥ ਦੀ ਗੱਲ ਨਹੀਂ ਕਰਦੇ। ਤਾਂ ਉਹੀ ਗੱਲਾਂ ਨੂੰ ਦੇਖਦੇ ਹੋਏ ਮੈਂ ਇਹ ਫੈਸਲਾ ਲਿਆ ਕਿ ਮੈਂ ਬੀਜੇਪੀ 'ਚ ਜੁਆਇਨ ਕਰਕੇ ਸੈਂਟਰ ਸਰਕਾਰਾਂ ਦੇ ਨਾਲ ਬੈਠ ਕੇ ਜਿਹੜੀਆਂ ਸਾਡੇ ਪੰਥ ਦੇ ਮਸਲੇ ਨੇ ਮੈਂ ਉਹਨਾਂ ਨਾਲ ਗੱਲ ਕਰੂੰਗਾ ਜੀ। ਮੈਂ ਇੱਕ ਐਜ਼ ਅ ਬ੍ਰਿਜ ਮੈਂ ਕੰਮ ਕਰੂੰਗਾ ਜੀ। ਤੇ ਉਸ ਤੋਂ ਬਾਅਦ ਟੌੜਾ ਸਾਹਿਬ ਤੋਂ ਬਾਅਦ ਚਲੋ ਉਸ ਤੋਂ ਉਧਰੋਂ ਬਾਦਲ ਪਰਿਵਾਰ ਦੇ ਵਿੱਚੋਂ ਸੁਖਬੀਰ ਬਾਦਲ ਅੱਗੇ ਆਏ। ਉਸ ਤੋਂ ਬਾਅਦ ਜਦੋਂ ਤੁਸੀਂ ਹੁਣ ਆਏ ਹੋ ਤੇ ਤੁਹਾਡੀ ਕਦੇ ਸੁਖਬੀਰ ਬਾਦਲ ਨਾਲ ਗੱਲਬਾਤ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਨਾਲ ਕਦੇ ਗੱਲਬਾਤ ਹੋਈ ਕਿ ਅੰਡਰਸਟੈਂਡਿੰਗ ਦੁਬਾਰਾ ਬਣੇ? ਨਹੀਂ ਜੀ, ਨਹੀਂ, ਉਹਨਾਂ ਨੇ ਕੋਈ ਟਰਾਈ ਨਹੀਂ ਕੀਤਾ ਜੀ। ਤੇ ਮੈਂ ਤਾਂ, ਤੁਸੀਂ ਸੱਚ ਮੰਨਿਓ ਜੀ, ਮੈਂ ਤਾਂ ਬਾਦਲ ਸਾਹਿਬ ਉਹਨਾਂ ਦਾ ਜਿਹੜਾ ਉਹਨਾਂ ਦਾ ਘਰੇ ਉਹਨਾਂ ਦਾ ਘਰ ਹੈਗਾ, ਮੈਂ ਅੱਜ ਤੱਕ ਉਹ ਘਰ ਦਾ ਬਾਹਰ ਨਹੀਂ ਦੇਖਿਆ ਜੀ। ਮੈਂ ਉਹਨਾਂ ਦੀ ਕਦੇ ਅੱਜ ਤੱਕ ਦਿਲ ਹੀ ਨਹੀਂ ਚੜਿਆ ਜੀ। ਉਹਨਾਂ ਦੀ ਕੋਈ ਸੋਚ ਹੀ ਨਹੀਂ ਹੈਗੀ ਜੀ ਪੰਥ ਦੇ ਪ੍ਰਤੀ। ਉਹ ਤਾਂ ਇੱਕ ਪੈਸੇ ਤੋਂ ਸਿਵਾਏ ਉਹਨਾਂ ਨੂੰ ਕੁਝ ਵੀ ਨਹੀਂ ਦਿਖਦਾ ਜੀ। ਇੱਕ ਪਾਵਰ ਤੋਂ ਸਿਵਾਏ ਉਹਨਾਂ ਨੂੰ ਕੁਝ ਨਹੀਂ ਦਿਖਦਾ ਜੀ। ਇਹ ਉਹੀ ਬੀਜੇਪੀ ਹੈ ਜਿਨ੍ਹਾਂ ਦੀਆਂ ਵਜ਼ੀਰੀਆਂ ਮਾਣਦੇ ਰਹੇ ਨੇ। ਅੱਜ ਉਹੀ ਬੀਜੇਪੀ ਇਹਨਾਂ ਨੂੰ ਪਸੰਦ ਨਹੀਂ ਹੈਗੀ ਜੀ, ਕਿਉਂਕਿ ਉੱਥੇ ਸਾਡੇ ਵਰਗਿਆਂ ਦੀਆਂ ਕੁਰਸੀਆਂ ਲੱਗ ਰਹੀਆਂ ਜੀ ਨਾਲ। ਅੱਜ ਇਹਨਾਂ ਨੂੰ ਉਹੀ ਵਜ਼ੀਰੀਆਂ ਆਪਦੀਆਂ ਖੁਸਦੀਆਂ ਦਿਖਦੀਆਂ ਨੇ ਜੀ, ਕਿਉਂਕਿ ਢੀਂਡਸਾ ਸਾਹਿਬ ਉਹਨਾਂ ਨਾਲ ਅਲਾਇੰਸ ਹੋ ਗਿਆ ਕਿ ਕੱਲ ਨੂੰ ਉਹਨਾਂ ਨੂੰ ਵਜ਼ਾਰਤ ਮਿਲੂਗੀ। ਤੁਹਾਨੂੰ ਕੀ ਲੱਗਦਾ ਸਾਰੀ ਫਿਰ ਲੜਾਈ ਕੁਰਸੀ ਦੀ ਆ? ਪੰਥ ਤਾਂ ਬਹੁਤ ਪਿੱਛੇ ਰਹਿ ਗਏ। ਨਹੀਂ ਜੀ, ਨਹੀਂ, ਇਹ ਲੜਾਈ ਜਿਹੜੀ ਕੁਰਸੀ ਦੀ ਹੈ ਇਹ ਸੁਖਬੀਰ ਸਿੰਘ ਬਾਦਲ ਦੀ ਹੈ। ਉਹ ਇਹਨੂੰ ਕੁਰਸੀ ਦੇ ਹਿਸਾਬ ਨਾਲ ਦੇਖਦੇ ਨੇ, ਉਹ ਇਹਨੂੰ ਪੈਸੇ ਦੇ ਹਿਸਾਬ ਨਾਲ ਦੇਖਦੇ ਨੇ, ਉਹ ਇਹਨੂੰ ਪੰਥ ਦੇ ਹਿਸਾਬ ਨਾਲ ਨਹੀਂ ਦੇਖਦੇ। ਅਸੀਂ ਪੰਥ ਦੇ ਹਿਸਾਬ ਨਾਲ ਦੇਖਦੇ ਹਾਂ। ਸਾਡੀ ਇਮਾਨਦਾਰੀ ਤੇ ਬਾਈ ਜੀ ਘੱਟੋ ਘੱਟ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟੌੜਾ ਸਾਹਿਬ ਨੇ ਲੋਕ ਨੌਕਰੀ ਲਵਾਏ ਨੇ ਜੀ। ਇੱਕ ਬੰਦਾ ਉੱਠ ਕੇ ਇਹ ਨਹੀਂ ਕਹਿ ਸਕਦਾ ਕਿ ਇਹਨਾਂ ਨੇ ਸਾਡੇ ਤੋਂ ਕਦੇ ਚਾਹ ਦਾ ਕੱਪ ਵੀ ਪੀਤਾ। ਸਾਡੀ ਇਮਾਨਦਾਰੀ ਤੇ ਤਾਂ ਕੋਈ ਸਾਡੀ ਉਂਗਲ ਨਹੀਂ। ਇਮਾਨਦਾਰੀ ਵਾਲਾ ਕਿਹੜਾ ਪੈਰਾਮੀਟਰ ਆ ਸਿਆਸਤ ਦੇ ਵਿੱਚ? ਹਰੇਕ ਸਿਆਸਤਦਾਨ ਆਪ ਇਮਾਨਦਾਰ ਬਣਦਾ ਤੇ ਦੂਜੇ ਨੂੰ ਬੇਈਮਾਨ ਕਹਿੰਦਾ। ਇਹੀ ਗੱਲ ਜਿਹੜੀ ਗੱਲ ਤੁਸੀਂ ਆਖ ਰਹੇ ਹੋ ਵੀ ਤਾਂ ਸੁਖਬੀਰ ਬਾਦਲ ਵੀ ਕਹਿੰਦੇ ਨੇ ਕਿ ਉਹ ਬਹੁਤ ਇਮਾਨਦਾਰ ਨੇ, ਪੰਥ ਦੀ ਸੇਵਾ ਤਾਂ ਉਹ ਕਰ ਰਹੇ ਨੇ। ਮੈਂ ਸੁਖਬੀਰ ਸਿੰਘ ਬਾਦਲ ਨੂੰ ਮੈਂ ਨਹੀਂ ਉਹਨਾਂ ਨੂੰ ਕਹਿੰਦਾ ਕੁਝ, ਲੋਕ ਕਹਿੰਦੇ ਨੇ ਜੀ। ਤੁਸੀਂ ਲੋਕਾਂ ਦੇ ਵਿੱਚ ਜਾਓ, ਲੋਕਾਂ ਨੂੰ ਪੁੱਛੋ ਕਿ ਟੌੜਾ ਪਰਿਵਾਰ ਨੇ ਕਦੇ ਕਿਸੇ ਤੋਂ ਪੈਸਾ ਲਿਆ, ਕਦੇ ਕਿਸੇ ਤੋਂ ਕੋਈ ਚਾਹ ਦਾ ਕੱਪ ਪੀਤਾ? ਉਹ ਫੈਸਲਾ ਕਰਨਗੇ ਜੀ। ਅਸੀਂ ਤਾਂ ਜੋ ਲੋਕ ਬੋਲਦੇ ਨੇ ਅਸੀਂ ਉਹ ਸੁਣਦੇ ਹਾਂ। ਹੁਣ ਮੈਂ ਅਮਲੋਹ 'ਚ ਘੱਟੋ ਘੱਟ ਮੈਨੂੰ ਸਾਲ ਡੇਢ ਸਾਲ ਹੋ ਗਿਆ ਜੀ ਦੇਖਦਿਆਂ ਨੂੰ। ਕਾਕਾ ਰਣਦੀਪ ਨੇ ਕੋਈ ਭ੍ਰਿਸ਼ਟਾਚਾਰ ਕੀਤਾ ਜੀ? ਸਰਪੰਚ MC ਪੈਸੇ ਲੈ ਬਣਾਏ ਨੇ ਜੀ। ਇੰਨਾ ਭ੍ਰਿਸ਼ਟਾਚਾਰ ਹੱਦ ਹੀ ਹੋਈ ਪਈ ਹੈ ਜੀ। ਤੇ ਅਸੀਂ ਨਹੀਂ ਕਹਿੰਦੇ ਤਾਂ ਲੋਕ ਕਹਿੰਦੇ ਨੇ ਜੀ, ਤੁਸੀਂ ਲੋਕਾਂ ਨੂੰ ਪੁੱਛੋ। ਟੌੜਾ ਸਾਹਿਬ 27 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ। ਕਿ ਕੁਮਰਵੀਰ ਸਿੰਘ ਟੌੜਾ ਨੂੰ ਕਦੇ ਉਹਨਾਂ ਦੇ ਮਨ 'ਚ ਇਹ ਗੱਲ ਆਈ ਕਿ SGPC ਦੀ ਸੇਵਾ ਵੀ ਕੀਤੀ ਜਾਵੇ? ਬਿਲਕੁਲ ਮਨ 'ਚ ਆਉਂਦੀ ਹੈ ਜੀ। ਮੇਰੇ ਮਾਤਾ ਜੀ ਹੁਣ ਸਿਟਿੰਗ SGPC ਮੈਂਬਰ ਨੇ, ਪਰ ਉੱਥੇ ਕੋਈ ਰਾਹ ਹੀ ਨਹੀਂ ਦਿੰਦਾ ਜੀ। ਸਵਾਏ ਬਾਦਲਾਂ ਤੋਂ ਉੱਥੇ ਕੁਝ ਚੱਲਦਾ ਹੀ ਨਹੀਂ ਜੀ। ਪ੍ਰਧਾਨ ਵੀ ਉਹਨਾਂ ਨੇ ਆਪਣੇ ਹਿਸਾਬ ਨਾਲ ਲਾਉਣਾ, ਜਿਹੜਾ ਉਹਨਾਂ ਦੇ ਹਿਸਾਬ ਨਾਲ ਚੱਲੂਗਾ। ਉੱਥੇ ਕੋਈ ਪੰਥ ਦੀ ਗੱਲ ਹੀ ਨਹੀਂ ਹੁੰਦੀ। ਸਭ ਤੋਂ ਵੱਡਾ ਦੁੱਖ ਹੀ ਇਹੀ ਹੈ ਜੀ। ਤੇ ਮੈਂ ਤਾਂ ਸਗੋਂ ਬਹੁਤ ਖੁਸ਼ ਨਸੀਬ ਹੋਊਂਗਾ ਜੇ ਕਦੇ ਮੈਨੂੰ ਕੋਈ ਇੱਦਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਜੀ। ਤਾਂ ਮੈਰੀਨ, ਹੁਣ ਤੁਸੀਂ ਇੱਕ ਸਿਆਸਤ ਦੇ ਵਿੱਚ ਤਾਂ ਹੀ ਗਏ ਹੋ ਤੁਸੀਂ, ਪਰ ਐਕਟਿਵ ਨਹੀਂ ਹੈਗੇ। ਕਦੋਂ ਤੁਸੀਂ ਕੁਮਰਵੀਰ ਸਿੰਘ ਟੌੜਾ ਦੇ ਸਮਰਥਨ 'ਚ ਹਲਕੇ 'ਚ ਵਿਚਰੋਗੇ? ਮੈਂ ਬਿਲਕੁਲ ਜੀ। ਮੈਂ ਦੱਸਦਾ ਕਿ 11 ਜਨਵਰੀ ਨੂੰ ਅਸੀਂ ਜੁਆਇਨ ਕੀਤਾ BJP। ਮੈਂ ਹਜੇ ਆਪਣਾ ਜਿਹੜਾ ਬੈਕਅਪ ਤੇ ਕੰਮ ਹੁੰਦਾ, ਜਿਹੜਾ ਹੋਮਵਰਕ ਹੁੰਦਾ, ਲਿਸਟਾਂ ਬਣਾਉਣੀਆਂ, ਕ੍ਰੀਏਟ ਕਰਨੀਆਂ, ਗਰੁੱਪਸ ਕ੍ਰੀਏਟ ਕਰਨੇ, ਪਿੰਡਾਂ ਨੂੰ ਡਿਵਾਈਡ ਕਰਨਾ ਤੇ ਅੱਗੇ ਜਿਹੜੇ ਉਹਨਾਂ ਦੇ ਹੈੱਡ ਹੈਗੇ ਨੇ ਉਹਨਾਂ ਨੂੰ ਕੰਟੈਕਟ ਕਰਨਾ, ਮੈਂ ਹਾਲੇ ਉਹ ਕੰਮ ਸੰਭਾਲ ਰਹੀ ਹਾਂ। ਕੱਲ੍ਹ ਤੋਂ ਜਾਂ ਪਰਸੋਂ ਤੋਂ ਅਸੀਂ ਮਤਲਬ ਆਪਣੇ ਜਿਹੜਾ ਹੈਗਾ ਟੀਮ ਵਰਕ ਕਰ ਲਿਆ ਸਾਰਾ ਕਿ ਕਿੰਨੇ ਗਰੁੱਪਸ ਕਿੱਥੇ ਕਿਵੇਂ ਕਿੰਨਾਂ ਨੇ ਜਾਣਾ। ਤਾਂ ਮੈਂ ਹਜੇ ਉਹ ਲਿਸਟਾਂ 'ਚ ਲੱਗੀ ਹੋਈ ਸੀ। ਓਬਵੀਅਸਲੀ ਮੈਂ ਵੀ ਮਤਲਬ ਜਾਣਾ ਹੀ ਹੈਗਾ ਜਾਂ ਸਪੋਰਟ ਤਾਂ ਕਰਨੀ ਹੈ ਜੀ। ਹਾਂਜੀ, ਫੈਸਲਾ ਦਾ ਜੋ ਵੀ ਹੋਵੇ ਤੁਸੀਂ ਨਾਲ ਹੋ। ਤੁਸੀਂ ਜਿਸ ਤਰ੍ਹਾਂ ਕਿਹਾ ਕਿ ਪਹਿਲਾਂ ਪਤਨੀ ਵਾਲਾ ਧਰਮ ਤੁਸੀਂ ਉਹ ਨਿਭਾ ਰਹੇ ਹੋ। ਬਿਲਕੁਲ ਜੀ, ਪਤਨੀ ਵਾਲਾ ਧਰਮ ਤਾਂ ਨਿਭਾਉਣਾ ਹੀ ਨਿਭਾਉਣਾ ਹੈ ਜੀ। ਉਸ ਤੋਂ ਇਲਾਵਾ ਮੈਨੂੰ ਦੱਸੋ ਜੀ, ਸੁਖਬੀਰ ਸਿੰਘ ਬਾਦਲ ਨੇ ਬਾਈਬਲ ਕਲਾਂ ਦੀ ਮਾਫੀ ਮੰਗ ਸਕਦਾ ਹੈ ਨਾ? PM ਮੋਦੀ ਨੇ ਮੰਗ ਲਈ ਹੈ, ਕਾਨੂੰਨ ਵਾਪਸ ਲੈ ਕੇ ਮਾਫੀ ਮੰਗ ਲਈ ਹੈ। ਮਾਫੀ ਮੰਗਣਾ ਅਸੀਂ ਇਹ ਨਾ ਸੋਚੀਏ ਕਿ ਬਹੁਤ ਛੋਟੀ ਗੱਲ ਹੈ। ਇੱਕ PM ਲਈ ਮਾਫੀ ਮੰਗਣਾ ਬਹੁਤ ਵੱਡੀ ਗੱਲ ਹੈ। ਕੋਈ ਬਾਈਬਲ ਕਲਾਂ ਲਈ ਮੰਗ ਲੇ ਸੁਖਬੀਰ ਬਾਦਲ?
ਮਾਫੀ ਮੰਗ ਲੈਣ। ਉਹਨਾਂ ਦੀ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਉਦੋਂ ਤੱਕ ਉੱਥੇ ਵਿੱਚ ਸੀਗੇ। ਇਹ ਤਾਂ ਲੋਕਾਂ ਨੇ, ਕਿਸਾਨਾਂ ਨੇ ਧੱਕੇ ਮਾਰ ਕੇ ਉਹਨਾਂ ਤੋਂ ਵਜ਼ੀਰੀ ਖੋਈ ਹੈ ਤੇ ਉਹਨਾਂ ਨੂੰ ਲੱਗਿਆ ਕਿ ਸਾਡਾ ਫਿਊਚਰ ਨਹੀਂ ਰਹਿਣਾ, ਅਸੀਂ ਛੱਡੀਏ। ਤਾਂ ਉਹਨਾਂ ਨੇ ਮਤਲਬ ਲੋਕਾਂ ਨੂੰ ਦੇਖ ਕੇ, ਪਹਿਲਾਂ ਤਾਂ ਉਹ ਨਾਲ ਸੀ ਉਸ ਚੀਜ਼ ਦੇ, ਉਹਨਾਂ ਨੇ ਅਲਾਓ ਕੀਤਾ ਬਿੱਲ ਨੂੰ। ਜਦੋਂ ਲੋਕਾਂ ਨੇ ਉਹਨਾਂ ਨੂੰ ਉੱਥੋਂ ਧੱਕੇ ਮਾਰੇ, ਜੋ ਵੀ ਆਪਾਂ ਨਹੀਂ ਕਹਿਣਾ ਚਾਹੁੰਦੇ ਚਲੋ, ਤੇ ਤਾਂ ਉਹਨਾਂ ਨੇ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਜੀ ਕਿਸਾਨਾਂ ਦੇ ਨਾਲ ਆ। ਫਿਰ ਲੋਕਾਂ ਨੇ ਉਹ ਵੀਡੀਓਜ਼ ਚੱਕੀਆਂ, ਉਹ ਗੱਲਾਂ ਚੱਕੀਆਂ ਕਿ ਤੁਸੀਂ ਜਦੋਂ ਬਿੱਲ ਪਾਸ ਹੋ ਰਿਹਾ ਸੀ ਉਦੋਂ ਤੁਹਾਡੇ ਬੀਬਾ ਹਰਸਿਮਰਤ ਵਿੱਚ ਸੀਗੇ, ਸਮਰਥਨ ਦੇ ਰਹੇ ਸੀ, ਤੇ ਬਾਅਦ ਦੇ ਵਿੱਚ ਤੁਸੀਂ ਲੋਕਾਂ ਦੀ ਹਵਾ ਦੇਖ ਕੇ ਫਿਰ ਤੁਸੀਂ ਆਪਣਾ ਰੁਖ ਬਦਲ ਲਿਆ। ਤੁਸੀਂ ਸਭ ਤੋਂ ਪਹਿਲੀ ਗੱਲ ਕੀਤੀ ਸੀ ਕਾਂਗਰਸ ਦੀ। ਹਾਂਜੀ, ਕੈਪਟਨ ਵੀ ਉਸੇ ਕਾਂਗਰਸ ਦੇ ਵਿੱਚ ਸੀਗੇ। ਹਾਂਜੀ, ਤੁਸੀਂ ਜਿਨ੍ਹਾਂ ਨੂੰ ਸਿੱਖਾਂ ਦੀ ਕਾਤਲ ਕਿਹਾ, ਤੇ ਹੁਣ ਉਸੇ ਕੈਪਟਨ ਦੇ ਨਾਲ ਤੁਹਾਡੀ ਪਾਰਟੀ ਨੇ ਹੱਥ ਮਿਲਾਇਆ। ਹਾਂਜੀ ਬਿਲਕੁਲ। ਤੇ ਉਹ ਤੁਹਾਨੂੰ ਕਿਵੇਂ ਲੱਗਦਾ ਕੈਪਟਨ ਦਾ ਸਾਥ? ਫਿਰ ਕੈਪਟਨ ਸਾਹਿਬ ਨੂੰ ਦੇਖੋ ਜੀ, ਮੈਂ ਪਟਿਆਲੇ ਦੀ ਹਾਂ, ਮੈਂ ਸ਼ੁਰੂ ਤੋਂ ਉਹਨਾਂ ਦੀ ਬਹੁਤ ਰਿਸਪੈਕਟ ਕਰਦੀ ਹਾਂ, ਐਜ਼ ਅ ਪਟਿਆਲਵੀ ਕਹਿ ਲਓ, ਕਿਉਂਕਿ ਉਹਨਾਂ ਨੇ ਪਟਿਆਲਾ 'ਚ ਮਤਲਬ 10 ਸਾਲ ਪਟਿਆਲਾ ਦੀ ਤਾਂ ਬਿਲਕੁਲ ਗਰੋਥ ਨਹੀਂ ਹੁੰਦੀ ਜਦੋਂ ਸੁਖਬੀਰ ਸਿੰਘ ਬਾਦਲ ਆਪਾਂ ਕਹਿ ਲਈਏ ਸ਼੍ਰੋਮਣੀ ਅਕਾਲੀ ਦਲ ਆ ਜਾਂਦਾ, ਤੇ ਪਟਿਆਲਾ ਦੇ ਲੋਕਾਂ ਦੀ ਸੇਵਾ ਉਦੋਂ ਹੀ ਹੁੰਦੀ ਸੀ। ਪੰਜਾਬ ਦੇ ਲੋਕਾਂ ਦੀ ਵੀ ਇੰਨੀ ਜ਼ਿਆਦਾ, ਉਹ ਇੰਨੇ ਐਜੂਕੇਟਿਡ ਨੇ। ਮੈਂ ਕਦੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਮੂੰਹ 'ਚੋਂ ਹਲਕੀ ਛੋਟੀ ਪੋਲੀਟਿਕਸ ਵਾਲੀ ਗੱਲ ਨਹੀਂ ਸੁਣੀ ਜਿਵੇਂ ਬਾਕੀ ਦੇ ਲੋਕ ਬੋਲਦੇ ਨੇ। ਉਹਨਾਂ ਦਾ ਇੱਕ ਬੜਾ ਜੈਂਟਲ ਬਿਹੇਵੀਅਰ ਹੈ। ਉਹਨਾਂ ਨੇ ਇੱਕ ਉਸ ਲਹਿਜੇ 'ਚ, ਉਸ ਮਿਆਦ 'ਚ ਰਹਿ ਕੇ ਹਰ ਬੰਦੇ ਨਾਲ ਗੱਲ ਕਰਨੀ ਹੈ, ਨਾਮ ਲੈਣਾ। ਹੁਣ ਤੁਸੀਂ ਕੋਈ ਪੋਲੀਟਿਕਸ ਦਾ ਲੈਵਲ ਰਹਿ ਗਿਆ ਜੀ। ਆ ਭਗਵੰਤ ਮਾਨ ਕਿਵੇਂ ਬੋਲਦੇ ਨੇ ਸਟੇਜਾਂ 'ਤੇ, ਨਵਜੋਤ ਸਿੰਘ ਸਿੱਧੂ ਕਿਵੇਂ ਬੋਲਦੇ ਨੇ। ਇਹਨਾਂ ਨੇ ਐਂਟਰਟੇਨਮੈਂਟ ਦਾ ਸਾਧਨ ਬਣਾਤਾ ਲੋਕਾਂ ਲਈ। ਠੋਕੋ ਤਾਲੀ ਭਗਵੰਤ ਮਾਨ, ਮਤਲਬ ਇਹ ਪੋਲੀਟਿਕਸ ਕੀ ਹੈ? ਇਹਨਾਂ ਨੇ ਤਾਂ ਡਰਾਮਾ ਬਣਾਤਾ ਪੋਲੀਟਿਕਸ ਦਾ, ਲੋਕਾਂ ਲਈ ਐਂਟਰਟੇਨਮੈਂਟ ਦਾ ਸਾਧਨ ਬਣਾਤਾ। ਇੰਨੀ ਹਲਕੀ ਪੋਲੀਟਿਕਸ। ਕੈਪਟਨ ਅਮਰਿੰਦਰ ਸਿੰਘ ਦੀ ਇੰਨੀ ਜੈਂਟਲਨੈਸ, ਉਹਨਾਂ ਨੇ ਇੰਨਾ ਵਧੀਆ ਤਰੀਕੇ ਨਾਲ ਹਰ ਬੰਦੇ ਦਾ ਨਾਂ ਲੈ ਕੇ ਗੱਲ ਕਰਨੀ ਹੈ ਐਂਡ ਮੁੱਦੇ ਦੀ ਗੱਲ ਕਰਨੀ ਹੈ। ਕਿਸੇ ਬੰਦੇ ਨੂੰ ਉਹਨਾਂ ਨੇ ਬਿਨਾਂ ਮਤਲਬ ਤੋਂ ਕਦੇ ਪੁਆਇੰਟ ਆਊਟ ਨਹੀਂ ਕੀਤਾ। ਐਜ਼ ਅ ਇੰਡੀਪੈਂਡੈਂਟ ਪਰਸਨੈਲਿਟੀ ਮੈਨੂੰ ਕੈਪਟਨ ਅਮਰਿੰਦਰ ਜੀ ਬਹੁਤ ਪਸੰਦ ਨੇ। ਪਰ ਪੰਜਾਬ ਦੇ ਲੋਕਾਂ ਨਾਲ ਜਦੋਂ ਗੱਲਬਾਤ ਕਰਦੇ ਆ, ਜਾਂ ਜਿਸ ਤਰ੍ਹਾਂ ਕੈਪਟਨ ਨੂੰ ਕੁਰਸੀਓਂ ਲਾਇਆ ਗਿਆ, ਤੇ ਤੁਸੀਂ ਉਹਨਾਂ ਦੇ 4.5 ਸਾਲ ਦੇ ਕਾਰਜਕਾਲ ਨੂੰ ਕਿਵੇਂ ਦੇਖਦੇ ਹੋ? ਨਾ ਕਿ ਸਿਰਫ ਉਹਦਾ ਬੋਲਣ ਉਹਨਾਂ ਦਾ। ਹਾਂਜੀ, ਉਹ ਬਿਲਕੁਲ ਜੀ, ਅਸੀਂ ਉਹਨਾਂ ਚੀਜ਼ਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ। ਪਟਿਆਲੇ 'ਚ ਧਰਨੇ ਲੱਗਦੇ ਦੇਖੇ ਨੇ। ਹੁਣ ਪਤਾ ਨਹੀਂ ਕੀ ਉਹ ਚੀਜ਼ ਦੀ ਇੱਕ ਕਹਿ ਲਓ ਕਿ ਕੁਛ ਏਜੰਸੀਆਂ ਕ੍ਰੀਏਟ ਹੋ ਗਈਆਂ ਸੀ, ਜਾਂ ਲੋਕਾਂ ਨੂੰ ਇੱਕ ਜਿਹੜਾ ਫਾਰਮਰ ਐਜੀਟੇਸ਼ਨ ਸਟਾਰਟ ਹੋ ਗਿਆ, ਪ੍ਰੋਟੈਸਟ ਹੋ ਗਿਆ, ਤਾਂ ਲੋਕਾਂ ਨੇ ਹਰ ਪਾਸੇ ਹੀ ਕਰਨਾ, ਚਲੋ ਧਰਨੇ ਦੇ ਦਿਓ, ਚਲੋ ਧਰਨੇ ਲਾ ਲਓ, ਚਲੋ ਐਂ ਕਰ ਲਓ। ਇੱਕ ਸੋਸ਼ਲ ਮੀਡੀਆ ਕਰਕੇ ਵੀ ਹਰ ਬੰਦੇ ਨੇ ਕੈਮਰਾ ਔਨ ਕਰ ਲਿਆ ਜੀ, ਖੋਲ੍ਹ ਲਿਆ ਜੀ, ਕੁਛ ਉਸ ਚੀਜ਼ ਨੂੰ ਤਮਾਸ਼ਗਿਰੀ ਵੀ ਜ਼ਿਆਦਾ ਬਣਾ ਲਈ। ਤਾਂ ਸਾਨੂੰ ਵੀ ਮਤਲਬ ਪਟਿਆਲੇ 'ਚ ਇਹ ਚੀਜ਼ਾਂ ਬਹੁਤ ਦੇਖਣ ਨੂੰ ਮਿਲੀਆਂ। ਮਤਲਬ ਕੈਪਟਨ ਸਾਹਿਬ ਦੇ 4.5 ਸਾਲ ਦਾ ਕਾਰਜਕਾਲ, ਜਿਸ ਤਰ੍ਹਾਂ ਉਹਨਾਂ ਨੇ ਕਾਂਗਰਸ ਨੇ ਇਹ ਕਹਿ ਕੇ ਉਹਨਾਂ ਨੂੰ ਗੱਦੀਆਂ ਲਾਇਆ ਕਿ ਉਹਨਾਂ ਨੇ ਕੰਮ ਨਹੀਂ ਕੀਤਾ। ਦੇਖੋ ਜੀ, ਇੰਨੇ ਸੀਨੀਅਰ ਪੋਲੀਟੀਸ਼ੀਅਨ ਨੂੰ ਇੰਨੀ ਘਟੀਆ ਹਰਕਤ ਨਾਲ ਥੱਲੇ ਲਾਉਣਾ ਬਹੁਤ ਹੀ ਸ਼ਰਮਨਾਕ ਹਰਕਤ ਹੈਗੀ ਹੈ ਇਹ। ਚਾਹੇ ਉਹਨਾਂ ਨੇ ਕੀਤਾ, ਚਾਹੇ ਨਹੀਂ ਕੀਤਾ, ਉਹਨਾਂ ਦੇ ਹਾਈ ਕਮਾਂਡ ਉਹਨਾਂ ਨੂੰ ਬੁਲਾਉਂਦੇ, ਉਹਨਾਂ ਨੂੰ ਸਮਝਾਉਂਦੇ, ਉਹਨਾਂ ਨੂੰ ਇੱਕ ਮੌਕਾ ਦਿੰਦੇ। ਉਹਨਾਂ ਦਾ ਇੰਨਾ ਐਕਸਪੀਰੀਅੰਸ ਰਿਹਾ ਕਾਂਗਰਸ 'ਚ, ਇੰਨੇ ਸੀਨੀਅਰ ਲੀਡਰ ਨੇ ਉਹ, ਇੰਨੀ ਉਹਨਾਂ ਦੀ ਏਜ ਹੋ ਗਈ ਆ। ਉਹਨਾਂ ਨੂੰ ਇਸ ਏਜ 'ਤੇ ਲਿਆ ਕੇ ਉਵੇਂ ਗੇਰਨਾ ਬਹੁਤ ਹੀ ਘਟੀਆ ਹਰਕਤ ਹੈ ਕਾਂਗਰਸ ਹਾਈ ਕਮਾਂਡ ਦੀ। ਬਾਈ ਜੀ, ਬੀਜੇਪੀ ਸੀਐਮ ਫੇਸ ਦੇ ਨਾਲ ਮੈਦਾਨ 'ਚ ਆਊਗੀ? ਨਹੀਂ ਜੀ, ਨਹੀਂ। ਇਹ ਤਾਂ ਕੋਈ ਇਲੈਕਸ਼ਨ 'ਚ ਅੱਜ ਤੱਕ ਨਹੀਂ ਹੋਇਆ ਜੀ, ਕਦੇ ਸੀਐਮ ਫੇਸ ਉਹਨਾਂ ਨੇ ਦਿੱਤਾ ਹੀ ਨਹੀਂ ਜੀ। ਤੇ ਨਹੀਂ, ਜਿਸ ਤਰ੍ਹਾਂ ਕਿਹਾ ਜਾ ਰਿਹਾ, ਕੋਈ ਕਹਿੰਦਾ ਸੀ ਦਲਿਤ ਚਿਹਰਾ ਦਿੱਤਾ, ਕੋਈ ਕਹਿੰਦਾ ਸੀ ਸਿੱਖ ਚਿਹਰਾ ਦਿੱਤਾ, ਕੋਈ ਕਹਿੰਦਾ ਸੀ ਕਿਸਾਨ ਦਿੱਤਾ, ਤਾਂ ਬੀਜੇਪੀ ਕਿਹੜੀਆਂ ਚੀਜ਼ਾਂ ਧਿਆਨ 'ਚ ਰੱਖ ਕੇ ਕਿਹੜਾ ਅਜਿਹਾ ਚਿਹਰਾ ਹੋਊਗਾ ਜਿਹਨੂੰ ਬਾਅਦ ਦੇ ਵਿੱਚ ਵਿਚਾਰੂਗੀ ਸੀਐਮ ਦੇ ਲਈ? ਨਹੀਂ, ਉਹ ਹਜੇ ਕੋਈ ਡਿਸਕਸ਼ਨ ਨਹੀਂ ਹੋਈ ਜੀ, ਉਹਦੇ ਉੱਤੇ ਹਜੇ ਆਪਾਂ ਕੁਝ ਨਹੀਂ ਕਹਿ ਸਕਦੇ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਸਰ, ਕੁੰਵਰਵੀਰ ਸਿੰਘ ਟੌੜਾ, ਪੰਥ ਰਤਨ ਗੁਰਚਰਨ ਸਿੰਘ ਟੌੜਾ ਦੇ ਦੋਤਾ ਨੇ ਜਿਹੜੇ, ਜਿਨ੍ਹਾਂ ਨੇ ਬੀਜੇਪੀ ਜੁਆਇਨ ਕੀਤੀ ਹੈ, ਤੇ ਜਿਹੜੇ ਲਗਾਤਾਰ ਉਹਨਾਂ ਦੇ ਸਵਾਲ ਉੱਠ ਰਹੇ ਸੀ, ਤੇ ਉਹਨਾਂ ਦਾ ਉਹਨਾਂ ਨੇ ਸਾਰਿਆਂ ਦਾ ਸਪਸ਼ਟੀਕਰਨ ਦਿੱਤਾ ਕਿ ਉਹਨਾਂ ਨੇ ਬੀਜੇਪੀ 'ਚ ਆਉਣ ਦਾ ਕਾਰਨ ਕੀ ਰਿਹਾ। ਆਪਣੇ ਸਹਿਯੋਗੀ ਕਰਨ ਦੇ ਨਾਲ ਮੈਂ ਗਗਨਦੀਪ ਬਟੋਲ, ਅੱਖਰ ਦੇ ਲਈ।